ना आई ते सरकार दे लई मरन वाली गल है जी, क्योंकि असी डिग्री होल्डर्स PhD तक कर रहे हैं, MSc BSc करके, जिथे साडे हत्थां दे विच पेन होने चाहिए सीगे, इन्नियां पढ़ाइयां करके अखीर नूं सानूं बूट पॉलिश ते सब्जियां बेचणियां चाहीदियां ने ते सरकार नूं हजे भी शर्म नहीं आ रही ते असी इस बारे असी उन्हां चਿਰ ਅਸੀਂ ਇੱਥੇ ਹੀ बैठे हैं, असी नहीं हिलण वाले। बूट पास तो बाद जे सानूं कोई होर भी काम करना पिया ते असी तैयार हैं, असी तां आपदा रोजगार कमाउणा, असी आपਦੀਆਂ ਜ਼ਰੂਰਤਾਂ पूरीਆਂ करनियां, जे पढ़ लिख के नहीं करांगे तां कोई होर काम करके तां ਜ਼ਰੂਰ करांगे। भाजी इत्थे साडा धरना लाउणा, बूट पालिश करना मजबूरी है, साडा कोई शौक नहीं है। जिवें आपां एक स्लोगन सुनदे आ, पढ़ो सारे वधो सारे, असीं पढ़ लिख के MSCਆਂ करके सड़कां ते रोलने आ। 2016 ਦੀ ਤੁਹਾਨੂੰ ਗੱਲ ਦੱਸਦਾ, ਮੇਰੇ ਫਾਦਰ ਸਾਹਿਬ ਮੈਨੂੰ 2016 ਚ ਯੂਨੀਵਰਸਿਟੀ ਛੱਡ ਕੇ ਗਏ ਸੀ। ਅੱਜ ਮੈਨੂੰ 6 ਸਾਲ ਹੋ ਗਏ, ਮੈਨੂੰ ਉਹਦੇ ਪਿੰਡ ਵੜਦੇ ਨੂੰ ਸ਼ਰਮ ਆਉਂਦੀ ਆ ਕਿ ਮੈਂ ਪੜ੍ਹ ਲਿਖ ਕੇ 80% ਨੰਬਰ ਲੈ ਕੇ ਪਲਾਂਟ ਬਰੀਡਿੰਗ ਜੈਨੇਟਿਕਸ ਦੀ ਡਿਗਰੀ ਕਰਕੇ ਇੱਥੇ ਵਿਹਲਾ ਤੁਰ ਰਿਹਾ। ਕਿਸ ਮੂੰਹ ਨਾਲ ਅਸੀਂ ਆਪਦੇ ਪਿੰਡਾਂ 'ਚ ਵੜੀਏ, ਕਿਸ ਮੂੰਹ ਨਾਲ ਆਪਦੇ ਰਿਸ਼ਤੇਦਾਰਾਂ ਕੋਲੇ ਚੱਲੀਏ। डिग्री होल्डर हैगे हो, चंगी पढ़ाई की या सड़कों ते बूट पालिश करने ਨੂੰ ਮਜਬੂਰ ਹੋਏ ਆ। ਪੰਜਾਬ ਦੀ ਖੇਤੀ ਦਾ ਮਸਲਾ ਜੀ ਸਾਡੇ ਰੋਜ਼ਗਾਰ ਦਾ ਮਸਲਾ ਹੈ। ਅਸੀਂ ਖੇਤੀਬਾੜੀ ਵਿਭਾਗ 'ਚ ਜਿਹੜੀਆਂ ਖਾਲੀ ਪਈਆਂ ਜਿਹੜੀਆਂ ਵੈਕੈਂਸੀਆਂ ਉਹਨਾਂ ਦੀ ਪੂਰਤੀ ਕਰਨ ਲਈ ਅਸੀਂ ਇਹ ਮੁਜ਼ਾਹਰਾ ਸ਼ੁਰੂ ਕੀਤਾ ਤੇ ਉਹਨਾਂ ਤੋਂ ਹੀ ਨਹੀਂ ਪਿੱਛੇ ਹਟਾਂਗੇ ਜਿਨ੍ਹਾਂ ਤੋਂ ਸਾਡੀ ਸਰਕਾਰ ਮੰਗਾਂ ਨਹੀਂ ਪੂਰੀ ਕਰਦੀ। ਪੰਜਾਬ 'ਚ ਨਸ਼ਾ ਬਹੁਤ ਆ, ਗੈਂਗਸਟਰ ਕਲਚਰ ਬਹੁਤ ਹੈਗਾ ਵਾ ਜੋ ਦਿਖਾਈ ਦੇ ਰਿਹਾ ਵਾ। ਸੋ ਲੱਗਦਾ ਕਿ ਸਰਕਾਰ ਜੇ ਸੋਚ ਲਵੇ ਤਾਂ ਕਲਚਰ ਖਤਮ ਹੋ ਜਾਵੇ। ਸਰਕਾਰ ਸੋਚਣ ਨਾਲ ਨਹੀਂ ਕੁਝ ਹੋਣਾ ਜੀ। ਹੁਣ ਅਸੀਂ ਪੈਨ ਫੜੇ ਸੀ, ਪੈਨ ਫੜ ਕੇ ਕੁਝ ਨਹੀਂ ਹੋਇਆ, ਪੜ੍ਹਾਈਆਂ ਕਰੀ ਜਾਂਦੇ ਆ। ਹੁਣ ਆ ਬੂਟ ਪਾਲ ਜਾ ਵੇਖੋ, ਬੂਟ ਜਿਹੜਾ ਬ੍ਰਸ਼ ਸਾਡੇ ਹੱਥ 'ਚ, ਰੋਜ਼ਗਾਰ ਕਰਨਾ ਕੁਝ ਤਾਂ ਕਰਾਂਗੇ। ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ। ਸੋ ਇਹ ਪੋਸਟਰ ਫੜੇ ਹੋਏ ਨੇ ਪੰਜਾਬ ਦੀਆਂ ਧੀਆਂ ਨੇ ਜਿਹੜੀਆਂ ਪੜ੍ਹੀਆਂ ਲਿਖੀਆਂ ਨੇ, ਜਿਨ੍ਹਾਂ ਕੋਲ ਡਿਗਰੀਆਂ ਨੇ। ਸੋ ਇੱਧਰ ਵਿਦਿਆਰਥੀ ਬੂਟ ਪਾਲਿਸ਼ ਵੀ ਕਰ ਰਹੇ ਨੇ। ਕੱਲ ਤਸਵੀਰਾਂ ਦਿਖਾਈਆਂ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਨੇ, ਸੋ ਅੱਜ ਮਜਬੂਰੀ ਦੇ ਨਾਲ ਬੂਟ ਪਾਲਿਸ਼ ਕਰ ਰਹੇ ਨੇ। ਸੋ ਗੱਲਬਾਤ ਕਰ ਲੈਂਦੇ ਆ ਉਹਨਾਂ ਵਿਦਿਆਰਥੀਆਂ ਨਾਲ, ਉਹਨਾਂ ਧੀਆਂ ਦੇ ਨਾਲ। ਮੈਡਮ, ਹੱਥਾਂ ਦੇ ਵਿੱਚ ਪੋਸਟਰ ਪੜੇ ਹੋਏ ਨੇ, ਲੱਗਦਾ ਸਰਕਾਰ ਨੂੰ ਸ਼ਰਮ ਆ ਜਾਏਗੀ ਉਸ ਸਰਕਾਰ ਨੂੰ ਜੇ ਹਜੇ ਵੀ ਸ਼ਰਮ ਨਾ ਆਈ ਤੇ ਸਰਕਾਰ ਦੇ ਲਈ ਮਰਨ ਵਾਲੀ ਗੱਲ ਹੈ ਜੀ, ਕਿਉਂਕਿ ਅਸੀਂ ਡਿਗਰੀ ਹੋਲਡਰਸ PhD ਤੱਕ ਕਰ ਰਹੇ ਹਾਂ, MSc BSc ਕਰਕੇ, ਜਿੱਥੇ ਸਾਡੇ ਹੱਥਾਂ ਦੇ ਵਿੱਚ ਪੈਨ ਹੋਣੇ ਚਾਹੀਦੇ ਸੀਗੇ, ਇੰਨੀਆਂ ਪੜ੍ਹਾਈਆਂ ਕਰਕੇ ਅਖੀਰ ਨੂੰ ਸਾਨੂੰ ਬੂਟ ਪੋਲਿਸ਼ ਤੇ ਸਬਜ਼ੀਆਂ ਵੇਚਣੀਆਂ ਚਾਹੀਦੀਆਂ ਨੇ ਤੇ ਸਰਕਾਰ ਨੂੰ ਹਜੇ ਵੀ ਸ਼ਰਮ ਨਹੀਂ ਆ ਰਹੀ ਤੇ ਅਸੀਂ ਇਸ ਬਾਰੇ ਅਸੀਂ ਉਹਨਾਂ 'ਚ ਅਸੀਂ ਇੱਥੇ ਬੈਠੇ ਹਾਂ, ਅਸੀਂ ਨਹੀਂ ਹਿੱਲਣ ਵਾਲੇ। ਬੂਟ ਪਾਸ ਤੋਂ ਬਾਅਦ ਜੇ ਸਾਨੂੰ ਕੋਈ ਹੋਰ ਵੀ ਕੰਮ ਕਰਨਾ ਪਿਆ ਤੇ ਅਸੀਂ ਤਿਆਰ ਹਾਂ, ਅਸੀਂ ਤਾਂ ਆਪਦਾ ਰੋਜ਼ਗਾਰ ਕਮਾਉਣਾ, ਅਸੀਂ ਆਪਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ। ਜੇ ਪੜ੍ਹ ਲਿਖ ਕੇ ਨਹੀਂ ਕਰਾਂਗੇ ਤਾਂ ਕੋਈ ਹੋਰ ਕੰਮ ਕਰਕੇ ਤਾਂ ਜ਼ਰੂਰ ਕਰਾਂਗੇ। ਕੱਲ ਸਬਜ਼ੀਆਂ ਵੇਚ ਰਹੇ ਸੀ ਸੜਕਾਂ ਦੇ ਉੱਤੇ ਆ ਕੇ, ਅੱਜ ਸੜਕਾਂ ਤੇ ਬੂਟ ਪਾਲਿਸ਼ ਕਰ ਰਹੇ ਹੋ। ਕਿਹੜੀ ਮੁੱਖ ਮੰਗ ਹੈਗੀ ਆ ਜਿਹੜੀ ਸਰਕਾਰ ਤੁਹਾਡੀ ਮੰਨੇ? ਖੇਤੀਬਾੜੀ ਵਿਭਾਗ ਦੇ ਵਿੱਚ ਜੀ 70% ਦੇ ਕਰੀਬ ਵੈਕੈਂਸੀਜ਼ ਨੇ, ਪੋਸਟਾਂ ਖਾਲੀ ਪਈਆਂ ਨੇ। ਸਾਡੀ ਇਹ ਮੰਗ ਹੈ ਕਿ BSc MSc ਕੀਤੇ ਹੋਏ ਵਿਦਿਆਰਥੀਆਂ ਨੂੰ ਦੇ ਲਈ ਇਹ ਪੋਸਟਾਂ ਕੱਢੀਆਂ ਜਾਣ, ਭਰੀਆਂ ਜਾਣ ਤੇ ਅਸੀਂ ਆਪਦੇ ਰੋਜ਼ਗਾਰ ਦੇ ਧੰਦੇ ਲੱਗੀ, ਅਸੀਂ ਆਪਦੇ ਰਾਹ ਪਈਏ। ਸੋ ਬਿਲਕੁਲ ਇਹ ਵਿਦਿਆਰਥੀ ਨੇ ਕਹਿ ਰਹੇ ਨੇ ਕਿ ਸਰਕਾਰ ਜੇ ਥੋੜੀ ਜਿਹੀ ਸ਼ਰਮ ਕਰ ਲਵੇ ਤਾਂ ਇਹਨਾਂ ਨੂੰ ਨੌਕਰੀ ਮਿਲ ਜੇ, ਸੜਕਾਂ ਤੇ ਬੂਟ ਪਾਲਿਸ਼ ਨਾ ਕਰਨੇ ਪੈਣ। ਬਾਈ ਜੀ, ਸਰਕਾਰ ਕਹਿੰਦੀ ਹੈ ਕਿ ਪੜ੍ਹੋ ਲਿਖੋ, ਵਧੀਆ ਨੌਕਰੀਆਂ ਹਾਸਲ ਕਰੋ। ਤੁਸੀਂ ਬੇਰੁਜ਼ਗਾਰ ਹੋ ਗਏ ਹੋ, ਪੜ੍ਹ ਲਿਖ ਕੇ ਡਿਗਰੀਆਂ ਹਾਸਲ ਕਰ ਲੀਆਂ, ਸੜਕਾਂ ਤੇ ਮਜਬੂਰੀ ਦੇ ਨਾਲ ਬੂਟ ਪਾਲਿਸ਼ ਕਰ ਰਹੇ ਹੋ ਅੱਜ। ਭਾਜੀ ਇੱਥੇ ਸਾਡਾ ਧਰਨਾ ਲਾਉਣਾ, ਬੂਟ ਪਾਲਿਸ਼ ਕਰਨਾ ਮਜਬੂਰੀ ਹੈ, ਸਾਡਾ ਕੋਈ ਸ਼ੌਕ ਨਹੀਂ ਹੈ। ਜਿਵੇਂ ਆਪਾਂ ਇੱਕ ਸਲੋਗਨ ਸੁਣਦੇ ਆ, ਪੜ੍ਹੋ ਸਾਰੇ ਵਧੋ ਸਾਰੇ, ਅਸੀਂ ਪੜ੍ਹ ਲਿਖ ਕੇ MSCਆਂ ਕਰਕੇ ਸੜਕਾਂ ਤੇ ਰੋਲਨੇ ਆ। 2016 ਦੀ ਤੁਹਾਨੂੰ ਗੱਲ ਦੱਸਦਾ, ਮੇਰੇ ਫਾਦਰ ਸਾਹਿਬ ਮੈਨੂੰ 2016 ਚ ਯੂਨੀਵਰਸਿਟੀ ਛੱਡ ਕੇ ਗਏ ਸੀ। ਅੱਜ ਮੈਨੂੰ 6 ਸਾਲ ਹੋ ਗਏ, ਮੈਨੂੰ ਉਹਦੇ ਪਿੰਡ ਵੜਦੇ ਨੂੰ ਸ਼ਰਮ ਆਉਂਦੀ ਆ ਕਿ ਮੈਂ ਪੜ੍ਹ ਲਿਖ ਕੇ 80% ਨੰਬਰ ਲੈ ਕੇ ਪਲਾਂਟ ਬਰੀਡਿੰਗ ਜੈਨੇਟਿਕਸ ਦੀ ਡਿਗਰੀ ਕਰਕੇ ਇੱਥੇ ਵਿਹਲਾ ਤੁਰ ਰਿਹਾ। ਕਿਸ ਮੂੰਹ ਨਾਲ ਅਸੀਂ ਆਪਦੇ ਪਿੰਡਾਂ 'ਚ ਵੜੀਏ, ਕਿਸ ਮੂੰਹ ਨਾਲ ਆਪਦੇ ਰਿਸ਼ਤੇਦਾਰਾਂ ਕੋਲੇ ਚੱਲੀਏ। ਮੈਂ ਇੱਥੇ ਕੰਟਰੈਕਟ ਬੇਸ ਜੌਬ ਕਰਦਾ ਜੀ, ਮੈਨੂੰ 6 ਸਾਲ ਹੋ ਗਏ। ਜੇਕਰ ਸਾਡੀ ਸਰਕਾਰ ਨੂੰ ਇਹੀ ਮੰਗ ਆਈ ਜਲਦੀ ਤੋਂ ਜਲਦੀ ਸਾਡੀਆਂ ਅਸਾਮੀਆਂ ਦੀ ਨੋਟੀਫਿਕੇਸ਼ਨ ਕੱਢੇ, ਇਹ ਸਾਡਾ ਪੱਕਾ ਮੋਰਚਾ ਜੀ। ਇਹ ਨਹੀਂ ਅਸੀਂ 5 ਦਿਨ 10 ਦਿਨ ਲਈ ਇੱਥੇ ਬਹਿ ਕੇ ਉੱਠ ਖੜਾਂਗੇ। ਜਿੰਨਾ ਚਿਰ ਸਾਡੀ ਨੋਟੀਫਿਕੇਸ਼ਨ ਨਹੀਂ ਹੁੰਦੀ, ਸਾਡੀਆਂ ਅਸਾਮੀਆਂ ਨਹੀਂ ਭਰੀਆਂ ਜਾਂਦੀਆਂ, ਸਾਡਾ ਇਹ ਧਰਨਾ ਇਦਾਂ ਹੀ ਜਾਰੀ ਰਹੇਗਾ। ਅਸਾਮੀ ਖਾਲੀ ਹੈਗੀ ਹੈ ਜਿੱਥੇ ਜ਼ਰੂਰਤ ਹੈਗੀ ਹੈ ਸਰਕਾਰ ਨੂੰ, ਕਿੱਥੇ ਜਿਹੜੇ ਵਿਦਿਆਰਥੀ ਰਜਿਸਟਰ ਕੀਤੇ ਜਾ ਸਕਦੇ? ਖੇਤੀਬਾੜੀ ਵਿਕਾਸ ਅਫਸਰ, ਐਗਰੀਕਲਚਰ ਡਿਵੈਲਪਮੈਂਟ ਆਫਿਸਰ ਜਿਹਨੂੰ ਆਪਾਂ ADO ਕਹਿੰਦੇ ਆ, ਹਾਰਟੀਕਲਚਰ ਡਿਵੈਲਪਮੈਂਟ ਆਫਿਸਰ, ਬਾਗਬਾਨੀ ਵਿਭਾਗ ਦੀਆਂ, ਐਗਰੀਕਲਚਰ ਸਬ ਇੰਸਪੈਕਟਰ ਦੀਆਂ, ਸੋਇਲ ਕੰਜ਼ਰਵੇਸ਼ਨ ਅਫਸਰ ਦੀਆਂ, ਇਹ ਸਾਰੀਆਂ ਖੇਤੀਬਾੜੀ ਵਿਭਾਗ ਦੀਆਂ, ਖੇਤੀਬਾੜੀ ਮਹਿਕਮੇ ਦੇ ਨਾਲ ਸੰਬੰਧਿਤ ਅਸਾਮੀਆਂ 60% ਖਾਲੀ ਪਈਆਂ ਜੀ।
ਸਾਡੀ ਇਹੀ ਮੰਗ ਆ ਜਲਦੀ ਤੋਂ ਜਲਦੀ ਇਹਨਾਂ ਦੀ ਨੋਟੀਫਿਕੇਸ਼ਨ ਆਵੇ ਤਾਂ ਜੋ ਪੰਜਾਬ ਦੇ ਸਾਰੇ ਨੌਜਵਾਨ ਨੌਕਰੀਆਂ ਤੇ ਲੱਗ ਸਕਣ। ਸੋ ਬਿਲਕੁਲ ਪੰਜਾਬ ਦੇ ਸਾਰੇ ਨੌਜਵਾਨ ਨੌਕਰੀਆਂ ਤੇ ਲੱਗ ਸਕਣ। ਇਹ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ। ਸੋ ਇਹ ਨੌਜਵਾਨ ਇੱਥੇ ਬੈਠੇ ਨੇ ਹੱਕ ਲੈਣ ਦੇ ਲਈ। ਕੱਲ ਸਬਜ਼ੀਆਂ ਵੇਚ ਰਹੇ ਸੀ, ਸੋ ਅੱਜ ਬੂਟ ਪਾਲਿਸ਼ ਕਰ ਰਹੇ ਨੇ। ਸੋ ਮੰਗ ਕਰ ਰਹੇ ਨੇ ਸਰਕਾਰ ਇਹਨਾਂ ਨੂੰ ਨੌਕਰੀਆਂ ਦੇਵੇ। ਸੋ ਦੇਖ ਸਕਦੇ ਹੋ ਯੂਨੀਵਰਸਿਟੀ ਦੇ ਬਾਹਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਜਿੱਥੇ ਬਹੁਤ ਸਾਰੀਆਂ ਲੜਕੀਆਂ ਨੇ, ਧੀਆਂ ਨੇ, ਭੈਣਾਂ ਨੇ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਬੈਨਰ ਨੇ, PhD ਹੋਲਡਰ ਨੇ, ਵੱਧ ਐਜੂਕੇਸ਼ਨ ਲਿੱਤੀ ਹੋਈ ਆ, ਡਿਗਰੀਆਂ ਹਾਸਲ ਕਰ ਚੁੱਕੀਆਂ ਨੇ, ਪਰ ਹੱਥਾਂ ਦੇ ਵਿੱਚੋਂ ਪੋਸਟਰ ਫੜ ਕੇ ਮੰਗ ਕਰ ਰਹੀਆਂ ਨੇ ਕਿ ਸਰਕਾਰ ਸਾਨੂੰ ਨੌਕਰੀਆਂ ਦੇਵੇ, ਨਹੀਂ ਤਾਂ ਅਸੀਂ ਫਿਰ ਬੂਟ ਪਾਲਿਸ਼ ਕਰਨ ਨੂੰ ਮਜਬੂਰ ਹੋ ਜਾਾਂਗੇ। ਸੋ ਅਸੀਂ ਲਗਾਤਾਰ ਵਿਦਿਆਰਥੀਆਂ ਦੇ ਨਾਲ ਗੱਲ ਕਰ ਰਹੇ ਹਾਂ। ਸੋ ਇੱਧਰ ਤਸਵੀਰ ਤੁਸੀਂ ਦੇਖ ਸਕਦੇ ਹੋ, ਬੂਟ ਪਾਲਿਸ਼ 15 ਰੁਪਏ ਰੇਟ। ਸੋ ਇਹ ਫਿਰੋਜ਼ਪੁਰ ਰੋਡ ਆ, ਚੱਲਦਾ ਫਿਰਦਾ ਰੋਡ ਹੈ। ਬਹੁਤ ਸਾਰੇ VIP ਲੋਕ ਇਸ ਰੋਡ ਤੋਂ ਨਿਕਲਦੇ ਨੇ। ਸੋ ਇਹ ਤਸਵੀਰਾਂ ਪੰਜਾਬ ਸਰਕਾਰ ਤੱਕ ਤਾਂ ਜ਼ਰੂਰ ਪਹੁੰਚਣਗੀਆਂ, ਪਰ ਇਹ ਲੋਕ ਵੀ ਅੱਜ ਜ਼ਰੂਰ ਉਸ ਸਰਕਾਰ ਤੇ ਲਾਂਤਾਂ ਪਾਉਂਦੇ ਹੋਣਗੇ, ਕਿਉਂਕਿ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਬੇਰੋਜ਼ਗਾਰੀ ਖਤਮ ਕਰਨ ਦੇ, ਨੌਜਵਾਨਾਂ ਨੂੰ ਨੌਕਰੀ ਦੇਣ ਦੇ, ਸੋ ਅੱਜ ਮਜਬੂਰ ਹੋ ਕੇ ਨੌਜਵਾਨ ਇੱਥੇ ਬੂਟ ਪਾਲਿਸ਼ ਕਰ ਰਹੇ ਨੇ। ਬਾਈ ਜੀ, ਮਜਬੂਰੀ ਦੇ ਨਾਲ ਬੈਠੇ ਹੋਏ ਹੋ, ਬੂਟ ਪਾਲਿਸ਼ ਕਰ ਰਹੇ ਹੋ, ਡਿਗਰੀਆਂ ਹਾਸਲ ਕਰ ਲਿੱਤੀਆਂ, ਵਧੀਆ ਪੜ੍ਹਾਈ ਕਰ ਲਈ, ਪਰ ਅੱਜ ਮਜਬੂਰੀ ਨਾਲ ਬੂਟ ਪਾਲਿਸ਼ ਕੀ ਕਰੀਏ ਜੀ? ਹੁਣ ਸਰਕਾਰ ਦੀਆਂ ਗਲਤ ਨੀਤੀਆਂ ਜੀ, ਖੇਤੀਬਾੜੀ ਵੱਲ ਕੋਈ ਧਿਆਨ ਨਹੀਂ ਦੇ ਰਹੀ। ਮਾਲਵਾ ਬੈਲਟ 'ਚ 3-4 ਸਾਲ ਹੋ ਗਏ, ਨਰਮੇ ਖਾਤਰ ਮਸ਼ਹੂਰ ਸੀਗੀ, ਪਰ ਨਰਮਾ ਜਮਾ ਐ ਬਰਬਾਦ ਹੋ ਚੁੱਕਿਆ ਜੀ। ਪਰ ਕਿਹਨੇ ਪ੍ਰਫੁੱਲਤ ਕਰਾਉਣਾ ਜੀ? ਖੇਤੀਬਾੜੀ ਅਫਸਰਾਂ ਨੇ। ਖੇਤੀਬਾੜੀ ਅਫਸਰ ਹੀ ਨਹੀਂ ਪ੍ਰਫੁੱਲਤ, ਕੌਣ ਕਰਾਊਗਾ ਜੀ ਨਰਮੇ ਨੂੰ? ਤੇ ਨਰਮਾ ਹੀ ਇੱਕ ਮੇਨ ਉਹ ਹੈ ਜਿਹੜਾ ਕ੍ਰੌਪ ਡਾਇਵਰਸਿਫਿਕੇਸ਼ਨ ਕਰ ਸਕਦਾ ਝੋਨੇ ਤੋਂ। ਤੇ ਇਸ ਤੋਂ ਬਾਅਦ ਹੁਣ ਮੰਨ ਲਓ ਜੇ 3-4 ਸਾਲ ਹੋ ਗਏ ਮਰਦੇ ਨੂੰ ਜੀ, ਜੇ ਇੱਕ ਪੜ੍ਹਾਈ ਹਾਸਲ ਕੀਤੀ ਹੈ, ਡਿਗਰੀ ਕਿਹੜੀ ਤੁਹਾਡੇ ਕੋਲ? BSc MSc ਪੂਰੀ ਹੈ ਜੀ ਮੇਰੀ। ਤੇ ਸਰਕਾਰ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਹੈ? ਕੀ ਪਤਾ ਜੀ, ਹੁਣ ਬਸ ਮਿੰਟਾਂ ਕਢਾ ਰਹੀ ਹੈ, ਚੰਡੀਗੜ੍ਹ ਤੱਕ ਗੇੜੇ ਕਢਾ ਰਹੇ ਆ ਸਾਡੀ ਕੰਮ ਕਰਨ। ਆ ਹੁਣ ਸੰਘਰਸ਼ ਦਾ ਰਾਹ ਚੁਣਿਆ ਜੀ, ਇਸ ਕਰਕੇ। ਗੱਲਬਾਤ ਹੋਈ, ਮੀਟਿੰਗ ਹੋਈ ਸਰਕਾਰ ਦੇ ਨਾਲ, ਕਿਸੇ ਨੁਮਾਇੰਦੇ ਦੇ ਨਾਲ ਮੀਟਿੰਗ ਹੋਈ ਤੁਹਾਡੀ? ਨਹੀਂ, ਕੋਈ ਆਇਆ ਹੀ ਨਹੀਂ ਜੀ, 3 ਦਿਨ ਹੋ ਗਏ ਸਾਨੂੰ। ਕੋਈ MLA MP ਕੋਈ ਇੱਕ ਬੰਦਾ ਵੀ ਨਹੀਂ ਆਇਆ ਸਾਡੇ ਕੋਲ ਜੀ। ਹਾਲ ਚਾਲ ਪੁੱਛਣ ਵੀ ਕੀ ਮੰਗਾਂ ਤੁਹਾਡੀਆਂ ਕੀ ਆ, ਕੀ ਸਿਸਟਮ ਹੈ। ਮੰਗ ਪੱਤਰ ਅਸੀਂ 113 ਦੇ 13 MLA ਨੂੰ ਦੇ ਚੁੱਕੇ ਹਾਂ। 17 ਸੌਰੀ 17 MLA ਨੂੰ ਮੰਗ ਪੱਤਰ ਦੇ ਦਿੱਤਾ, ਪਰ ਸਰਕਾਰ ਨਹੀਂ ਜਾਗੀ। ਬਾਈ ਜੀ, ਡਿਗਰੀ ਹੋਲਡਰ ਹੈਗੇ ਹੋ, ਚੰਗੀ ਪੜ੍ਹਾਈ ਕੀਤੀ ਜਾਂ ਸੜਕਾਂ ਤੇ ਬੂਟ ਪਾਲਿਸ਼ ਕਰਨ ਨੂੰ ਮਜਬੂਰ ਹੋਏ? ਪੰਜਾਬ ਦੀ ਖੇਤੀ ਦਾ ਮਸਲਾ ਜੀ, ਸਾਡੇ ਰੋਜ਼ਗਾਰ ਦਾ ਮਸਲਾ ਹੈ। ਅਸੀਂ ਖੇਤੀਬਾੜੀ ਵਿਭਾਗ 'ਚ ਜਿਹੜੀਆਂ ਖਾਲੀ ਪਈਆਂ ਜਿਹੜੀਆਂ ਵੈਕੈਂਸੀਆਂ, ਉਹਨਾਂ ਦੀ ਪੂਰਤੀ ਕਰਨ ਲਈ ਅਸੀਂ ਇਹ ਮੁਜ਼ਾਹਰਾ ਸ਼ੁਰੂ ਕੀਤਾ, ਤੇ ਉਹਨਾਂ ਤੋਂ ਹੀ ਨਹੀਂ ਪਿੱਛੇ ਹਟਾਂਗੇ ਜਿਨ੍ਹਾਂ ਤੋਂ ਸਾਡੀ ਸਰਕਾਰ ਮੰਗਾਂ ਨਹੀਂ ਪੂਰੀ ਕਰਦੀ। ਪੰਜਾਬ 'ਚ ਨਸ਼ਾ ਬਹੁਤ ਆ, ਗੈਂਗਸਟਰ ਕਲਚਰ ਬਹੁਤ ਹੈਗਾ ਵਾ ਜੋ ਦਿਖਾਈ ਦੇ ਰਿਹਾ ਵਾ। ਸੋ ਲੱਗਦਾ ਕਿ ਸਰਕਾਰ ਜੇ ਸੋਚ ਲਵੇ ਤਾਂ ਕਲਚਰ ਖਤਮ ਹੋ ਜਾਵੇ। ਸਰਕਾਰ ਸੋਚਣ ਨਾਲ ਨਹੀਂ ਕੁਝ ਹੋਣਾ ਜੀ। ਹੁਣ ਅਸੀਂ ਪੈਨ ਫੜੇ ਸੀ, ਪੈਨ ਫੜ ਕੇ ਕੁਝ ਨਹੀਂ ਹੋਇਆ, ਪੜ੍ਹਾਈਆਂ ਕਰੀ ਜਾਂਦੇ ਆ। ਹੁਣ ਆ ਬੂਟ ਪਾਲਜਾ ਵੇਖੋ, ਬੂਟ ਜਿਹੜਾ ਬ੍ਰਸ਼ ਸਾਡੇ ਹੱਥ 'ਚ ਆ। ਰੋਜ਼ਗਾਰ ਕਰਨਾ ਕੁਛ ਤਾਂ ਕਰਾਂਗੇ। ਜੇ ਸਰਕਾਰ ਨਸ਼ਾ ਜਿਹੜਾ ਬੰਦ ਕਰਨਾ ਚਾਹੁੰਦੀ ਆ, ਹੁਣ ਇਹ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਆ, ਹੁਣ ਅਸੀਂ ਪੜ੍ਹਦੇ ਆ, ਬਹੁਤ MSc PhD ਕਰ ਰਹੇ ਆ। ਨਸ਼ੇ ਤੋਂ ਸਾਡੀ ਯੂਨੀਵਰਸਿਟੀ ਬਹੁਤ ਕੋਹਾਂ ਦੂਰ ਆ ਜੀ। ਤੇ ਪਰ ਵੇਖੋ, ਜੇ ਹੁਣ ਫਰਸਟ੍ਰੇਟ ਹੋ ਕੇ ਬੰਦਾ ਕੀ ਕਰੂਗਾ? ਜੇ ਸਰਕਾਰ ਨਸ਼ਿਆਂ ਨੂੰ ਰੋਕਣਾ ਚਾਹੁੰਦੀ ਹੈ ਤੇ ਰੋਜ਼ਗਾਰ ਵੱਲ ਧਿਆਨ ਦੇਵੇ। ਇਹ ਅਗਰ ਇਹੋ ਜਿਹੇ ਹਾਲਾਤ ਖਤਮ ਕਰਨੇ ਤਾਂ ਸਰਕਾਰ ਧਿਆਨ ਦੇਵੇ। ਸਰਕਾਰ ਧਿਆਨ ਦੇਵੇ। ਵੈਕੈਂਸੀਆਂ ਜਿਹੜੀਆਂ ਇਹ ਕ੍ਰੀਏਟ ਕਰਨ ਦੀ ਲੋੜ ਹੀ ਨਹੀਂ, ਵੈਕੈਂਸੀਆਂ ਖਾਲੀ ਪਈ ਆ ਉਹ ਵੀ ਭਰ ਦਿਓ ਜੀ। 500 ਖੇਤੀਬਾੜੀ ਵਿਕਾਸ। ਇੰਤਜ਼ਾਰ ਕਿਸ ਚੀਜ਼ ਦਾ? ਸਰਕਾਰ ਕਿਸ ਚੀਜ਼ ਦਾ ਇੰਤਜ਼ਾਰ ਕਰਦੀ ਹੈ ਅਗਰ ਜੇ ਖਾਲੀ ਪਈਆਂ ਵੈਕੈਂਸੀਆਂ ਨੂੰ ਨਹੀਂ ਭਰ ਰਹੀ? ਪਤਾ ਹੀ ਨਹੀਂ ਕਿਹੜੀ ਚੀਜ਼ ਦਾ ਇੰਤਜ਼ਾਰ ਕਰ ਰਹੀ, ਸਾਨੂੰ ਆਪ ਨਹੀਂ ਸਮਝ ਆਈ। 2 ਸਾਲ ਹੋ ਗਏ, ਸਾਨੂੰ ਇਹ ਨਹੀਂ ਸਮਝ ਆਈ ਸਰਕਾਰ ਇੰਤਜ਼ਾਰ ਕਾਹਦਾ ਕਰਦੀ ਆ। ਜਾਂ ਮੈਨੂੰ ਤਾਂ ਐਂ ਇੰਤਜ਼ਾਰ ਕਰਦੀ ਹੋਣੀ ਆ ਵੀ ਅਸੀਂ ਇਹਦੇ ਮੁਜ਼ਾਹਰਾ ਕਰੀਏ, ਵੀ ਅਸੀਂ ਲੋਕਾਂ ਨੂੰ ਤੰਗ ਕਰੀਏ। ਉਹ ਅਸੀਂ ਕਰ ਨਹੀਂ ਰਹੇ। ਅਸੀਂ ਸਿੰਪਲ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਆਪਦਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਕਿੰਨੇ ਦਿਨ ਹੋਰ? ਅੱਜ ਜਿਨ੍ਹਾਂ ਦੀ ਸਰਕਾਰ ਮੰਗਾਂ, ਸਾਰੀਆਂ ਦੀ ਸਾਰੀਆਂ ਵੈਕੈਂਸੀਆਂ ਨੋਟੀਫਾਈ ਜਿਨ੍ਹਾਂ ਤਾਈਂ ਨਹੀਂ ਕਰਦੀ, ਮੀਡੀਆ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਜੀ, ਖੇਤੀਬਾੜੀ ਵਿਕਾਸ ਅਫਸਰ ਸਭ ਤੋਂ ਮੁੱਖ ਪੋਸਟ ਆ ਜੀ। ਖੇਤੀਬਾੜੀ ਸਬ ਇੰਸਪੈਕਟਰ। ਜੇ ਆਪਾਂ ਬਾਗਬਾਨੀ ਦੀ ਗੱਲ ਕਰੀਏ, ਬਾਗਬਾਨੀ ਵਿਕਾਸ ਅਫਸਰ ਸਭ ਤੋਂ ਪ੍ਰਮੁੱਖ ਪੋਸਟ ਆ ਜੀ। ਸੋਇਲ ਦੀ ਗੱਲ ਕਰੀਏ, ਭੂਮੀ ਵਿਕਾਸ ਅਫਸਰ ਸਭ ਤੋਂ ਵਧੀਆ ਜਿਹੜੀ ਪ੍ਰਮੁੱਖ ਪੋਸਟ ਆ ਜੀ। ਇਹ ਸਾਰੀਆਂ ਦੀ ਸਾਰੀਆਂ ਪੋਸਟਾਂ ਜਿੰਨੀਆਂ ਖਾਲੀ ਆ, ਤਤਕਾਲ 'ਚ ਸਰਕਾਰ ਇਹ ਭਰੇ। ਉਸ ਤੋਂ ਬਾਅਦ ਸਾਲ ਬਾਅਦ ਰੋਸਟਰ ਸਿਸਟਮ ਅਪਲਾਈ ਕਰੇ, ਜਿੰਨੀਆਂ ਰਿਟਾਇਰਮੈਂਟ ਹੁੰਦੀਆਂ ਨਾਲ ਦੀ ਨਾਲ ਭਰਤੀ ਕਰੇ। ਇਹ ਕਿਸਾਨੀ ਦਾ ਮਸਲਾ ਕੋਈ ਮਜ਼ਾਕ ਨਹੀਂਗਾ ਜੀ। ਇਹ ਕਿਸਾਨੀ ਦਾ ਮਸਲਾ। ਕਹਿ ਰਹੇ ਨੇ ਕਿ ਜਿੰਨੀ ਦੇਰ ਤੱਕ ਪੋਸਟਾਂ ਨਹੀਂ ਭਰੀ ਜਾਂਦੀਆਂ, ਜਿੰਨੀ ਦੇਰ ਤੱਕ ਨੋਟੀਫਿਕੇਸ਼ਨ ਨਹੀਂ ਦਿੱਤਾ ਜਾਂਦਾ, ਉਨੀ ਦੇਰ ਤੱਕ ਇਸੇ ਤਰ੍ਹਾਂ ਸਟੂਡੈਂਟ ਜਿਹੜੇ ਨੇ ਸ਼ਾਂਤੀਮਈ ਢੰਗ ਨਾਲ, ਗਾਂਧੀਗਿਰੀ ਦੇ ਨਾਲ ਪ੍ਰੋਟੈਸਟ ਕਰਨਗੇ। ਕੈਮਰਾਮੈਨ ਅਮਨ ਦੇ ਨਾਲ ਨਰਿੰਦਰ ਬਿੰਦੂ, ਜਗਬਾਣੀ TV ਲੁਧਿਆਣਾ।